ਮੰਡੀ ਬਾਉਲਦੀਨ 'ਚ ਹੋਣੇ ਵਾਲੀ ਨੈਸ਼ਨਲ ਬੈਂਕ ਦੇ ਵਿੱਚ ਜਿਹੜੀ ਡਕੈਤੀ ਹੋਈ ਸੀ ਉਹਦੇ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਅਤੇ ਇਸ ਵੇਲੇ ਮੇਰੇ ਨਾਲ ਉਸ ਡਕੈਤੀ ਦੇ ਜਿਹੜੇ ਮੁਲਜ਼ਮ ਨੇ ਮੇਨ ਮੁਲਜ਼ਮ ਜਿਹੜੇ ਨੇ ਉਹ ਇਸ ਵੇਲੇ ਮੇਰੇ ਨਾਲ ਮੌਜੂਦ ਨੇ। ਆਓ ਅਸੀਂ ਉਹਨਾਂ ਕੋਲੋਂ ਪੁੱਛਦੇ ਹਾਂ ਕਿ ਇਹ ਵਾਰਦਾਤ ਉਹਨਾਂ ਨੇ ਕਿਸ ਤਰ੍ਹਾਂ ਪਲਾਨ ਕੀਤੀ। ਅਸਲਾਮ ਵਾਲੇਕੁਮ ਜੀ। ਜੀ ਵਾਲੇਕੁਮ ਸਲਾਮ। ਇਹ ਸਰ ਜੀ ਤੁਸੀਂ ਕਿਸ ਤਰ੍ਹਾਂ ਵਾਰਦਾਤ ਜਿਹੜੀ ਹੈ ਤੁਸੀਂ ਇਹ ਪਲਾਨ ਕੀਤੀ ਅਤੇ ਇਤਨੀ ਵੱਡੀ ਸ਼ਹਿਰ ਦੇ ਦਰਮਿਆਨ ਦੇ ਵਿੱਚ ਸ਼ਹਿਰ ਦੇ ਨੱਕ ਵਿੱਚ ਤੁਸੀਂ ਬਹੁਤ ਬੜਾ ਕੰਮ ਕੀਤਾ, ਇੱਕ ਬੜੀ ਵੱਡੀ ਵਾਰਦਾਤ ਕੀਤੀ, ਇਹਦੀ ਕੀ ਤਫਸੀਲ ਹੈ? ਇਹ ਤਫਸੀਲ ਹੈ ਕਿ ਜਨਾਬ ਬੇਸਿਕਲੀ ਸਾਰਾ ਪਲਾਨ ਸੀ ਡਾਕਟਰ ਅਸ਼ਰਫ ਦਾ ਅਤੇ ਉਸੇ ਸਾਰੇ ਜਨਾਬ ਪਲੈਨਿੰਗ ਕੀਤੀ ਹੈ। ਉਸੇ ਉਹ ਬੰਦੇ ਮੇਰੇ ਨਾਲ ਮਿਲਾਏ ਵੀ ਸਨ ਅਤੇ ਜਿਨ੍ਹਾਂ ਨੂੰ ਨਾਲ ਕਰਦੇ ਹਾਂ ਫਿਰ ਅੱਗੋਂ ਸਾਰੀ ਵਟਸਐਪ 'ਤੇ ਉਸੇ ਨੇ ਰਾਬਤੇ ਕੀਤੇ ਨੇ ਅਤੇ ਫਿਰ ਐਂਡ 'ਤੇ ਫਿਰ ਜਿਸ ਮੈਂ ਰਾਜ਼ੀ ਨਹੀਂ ਹੋ ਰਿਹਾ ਸੀ ਬਸ ਬਲੈਕਮੇਲਿੰਗ ਸ਼ੁਰੂ ਕੀਤੀ ਹੈ। ਬਲੈਕਮੇਲਿੰਗ ਕਰਕੇ ਫਿਰ ਮੈਨੂੰ ਮਾਰਨਾ, ਬੱਚਿਆਂ ਨੂੰ ਮਾਰਨਾ, ਫੈਮਿਲੀ ਸਾਰਿਆਂ ਨੂੰ ਮਾਰਨੇ ਦੀ ਧਮਕੀਆਂ ਦਿੱਤੀਆਂ ਨੇ। ਫਿਰ ਮਜਬੂਰਨ ਫਿਰ ਸ਼ਾਮਿਲ ਹੋਣਾ ਪਿਆ ਅਤੇ ਫਿਰ ਸਾਰੀ ਵਾਰਦਾਤ ਹੋਈ ਹੈ। ਇਹ ਪਤਾ ਲੱਗਾ ਕਿ ਮੰਡੀ ਬਾਉਲਦੀਨ 'ਚ ਜਿਹੜੇ ਕਿਰਾਏ ਦੇ ਕਾਤਲ ਨੇ ਉਹ ਇਸੇ ਗੈਂਗ ਦੇ ਵੀ ਸ਼ਾਮਲ ਨੇ, ਅਤੇ ਕਿਆ ਤੁਹਾਨੂੰ ਇਸ ਗੱਲ ਦਾ ਪਹਿਲੇ ਪਤਾ ਸੀ ਕਿ ਇਹ ਜਿਹੜੇ ਸਾਰੇ ਲੋਕ ਨੇ ਇਸ ਗੈਂਗ ਦੇ ਵਿੱਚ ਉਹ ਕਿਰਾਏ ਦੇ ਕਾਤਲ ਨੇ? ਜਿਸ ਟਾਈਮ ਤੱਕ ਉਸ ਮੈਨੂੰ ਧਮਕਾਇਆ ਨਹੀਂ ਸੀ ਉਸ ਟਾਈਮ ਤੱਕ ਤਾਂ ਮੈਨੂੰ ਆਈਡੀਆ ਕੋਈ ਨਹੀਂ ਸੀ, ਲੇਕਿਨ ਜਿਸ ਟਾਈਮ ਉਸ ਮੈਨੂੰ ਧਮਕਾਇਆ ਸ਼ੁਰੂ ਕੀਤਾ ਫਿਰ ਸਾਰੀ ਚੀਜ਼ਾਂ ਮੈਨੂੰ ਕਲੀਅਰ ਹੋਈਆਂ ਅਤੇ ਫਿਰ ਉਸ ਟਾਈਮ ਮੈਨੂੰ ਪਤਾ ਲੱਗਾ ਕਿ ਇਹ ਲੋਕ ਇੰਤਹਾਈ ਖਤਰਨਾਕ ਲੋਕ ਨੇ ਜਿਨ੍ਹਾਂ ਵਿੱਚ ਮੈਂ ਫਸ ਚੁੱਕੇ ਹਾਂ। ਅਤੇ ਕਿਤਨੀ ਦੇਰ ਤੱਕ ਤੁਸੀਂ ਇਹਨਾਂ ਦੇ ਨਾਲ ਰਾਬਤੇ ਦੇ ਵਿੱਚ ਰਹੇ? ਮੇਰਾ ਇਹਨਾਂ ਨਾਲ ਤਾਂ ਰਾਬਤਾ ਨਹੀਂ ਸੀ, ਮੇਰਾ ਰਾਬਤਾ ਸਿਰਫ ਉਹ ਜਿਹੜਾ ਬਾਹਰ ਬੈਠਿਆ ਸੀ ਉਹਦੇ ਨਾਲ ਹੀ ਹੁੰਦਾ ਸੀ ਰਾਬਤਾ। ਬਾਹਰ ਕੌਣ ਬੈਠਿਆ ਸੀ? ਡਾਕਟਰ ਅਸ਼ਰਫ। ਡਾਕਟਰ ਅਸ਼ਰਫ ਕੌਣ ਹੈ? ਇਹ ਜਰਮਨੀ ਹੁੰਦਾ ਜੀ। ਜਰਮਨੀ ਹੁੰਦਾ? ਹਾਂਜੀ। ਅੱਛਾ। ਇਹ ਮੇਨ ਸਾਰੇ ਗੈਂਗ ਦਾ ਜਿਹੜਾ ਨਾ ਸਰਗਨਾ ਹੈ। ਉਹ ਕਿੱਥੋਂ ਦਾ ਰਹਿਣ ਵਾਲਾ ਸਰ ਜੀ? ਇਹਦਾ ਮੈਨੂੰ ਕੋਈ ਨਹੀਂ ਆਈਡੀਆ। ਅੱਛਾ, ਇਹ ਵੀ ਤੁਹਾਨੂੰ ਨਹੀਂ ਪਤਾ? ਨਹੀਂ। ਅਤੇ ਇਹ ਤੁਸੀਂ ਇੱਕ ਇਤਨੀ ਵੱਡੀ ਵਾਰਦਾਤ ਕੀਤੀ, ਵਾਰਦਾਤ ਕਰਨ ਤੋਂ ਬਾਅਦ ਜਿਸ ਵੇਲੇ ਤੁਸੀਂ ਹਿੱਸੇ ਬਖਰੇ ਉਹਦੇ ਕਰ ਲਿਆ ਉਸ ਤੋਂ ਬਾਅਦ ਵੀ ਤੁਸੀਂ ਆਪਸ 'ਚ ਰਾਬਤੇ 'ਚ ਰਹੇ ਹੋ? ਨਹੀਂ, ਉਸ ਤੋਂ ਬਾਅਦ ਮੇਰਾ ਕੋਈ ਨਹੀਂ ਰਾਬਤਾ ਹੋਇਆ। ਉਸ ਤੋਂ ਬਾਅਦ ਤਾਂ ਫਿਰ ਇਹ ਰਾਬਤਾ ਹੋਇਆ ਕਿ ਜੇ ਤੂੰ ਕੋਈ ਗੱਲਬਾਤ ਦੱਸੀ ਤਾਂ ਤੈਨੂੰ ਮਾਰ ਦਿੱਤਾ ਜਾਏਗਾ। ਤੁਸੀਂ ਕਿਸ ਤਰ੍ਹਾਂ ਗ੍ਰਿਫਤਾਰ ਹੋਏ? ਉਹ ਸਭਾਂ ਨੂੰ ਬੇਸਿਕ ਪਤਾ ਸਾਰਾ, ਫਿਰ ਉਹਨਾਂ ਕੋਲ ਤੁਸੀਂ ਪੁੱਛ ਸਕਦੇ ਹੋ। ਜ਼ਰਾ ਦੱਸ ਦਿਓ ਨਾ ਸਾਨੂੰ ਵੀ ਪਲੀਜ਼। ਉਹ ਸਭਾਂ ਨੂੰ ਹੀ ਪਤਾ, ਫਿਰ ਸਭਾਂ ਕੋਲ ਤੁਸੀਂ ਪੁੱਛ ਲਵੋ। ਨਹੀਂ, ਤੁਹਾਡਾ ਕੀ ਕਿਰਦਾਰ ਸੀ ਉਸ ਵਾਰਦਾਤ ਦੇ ਵਿੱਚ? ਉਹ ਸਾਰਾ ਕੁਝ ਸਭਾਂ ਨੂੰ ਪਤਾ, ਤੁਸੀਂ ਸਭਾਂ ਕੋਲ ਪੁੱਛ ਸਕਦੇ ਹੋ। ਠੀਕ ਹੈ ਜੀ। ਮੁਲਵਸ ਹੋ ਤੁਸੀਂ ਸਰ ਜੀ? ਸਰ ਸਾਰੀ ਡਿਟੇਲ ਉਹਨਾਂ ਨੂੰ ਪਤਾ, ਫਿਰ ਮੇਰੇ ਕੋਲ ਪਿੱਛੇ ਗੱਲ ਰਿਹਾ ਕਿਹੜੀ ਗਈ। SNGO ਮੁਲਜ਼ਮ ਜਿਨ੍ਹਾਂ ਨੇ ਸ਼ਹਿਰ ਦੇ ਨੱਕ ਵਿੱਚ ਗੱਲਾ ਮੰਡੀ ਦੇ ਵਿੱਚ ਨੈਸ਼ਨਲ ਬੈਂਕ ਦੀ ਜਿਹੜੀ ਮੇਨ ਬ੍ਰਾਂਚ ਹੈ ਉਹਦੇ ਵਿੱਚ ਡਾਕੇ ਦੀ ਇੱਕ ਬਹੁਤ ਵੱਡੀ ਵਾਰਦਾਤ ਕੀਤੀ। ਨਾਜ਼ਰੀਨ, ਇਹਦੇ ਨਾਲ ਹੀ ਆਪਣੇ ਮੇਜ਼ਬਾਨ ਨਜ਼ੀਰ ਨਾਜ਼ਰ ਨੂੰ ਇਜਾਜ਼ਤ ਦਿਓ। ਇਨਸ਼ਾਅੱਲਾ ਕਿਸੇ ਨਏ ਪ੍ਰੋਗਰਾਮ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਉਸ ਵੇਲੇ ਤੇ ਰੱਬ ਰਾਖਾ। पाकिस्तान जिंदाबाद। शहर के अंदर स्ट्राइक हुआ था, प्रोटेस्ट हुआ था, तो शहरियों को एक एहसासे सिक्योरिटी, एहसासे तहफ़्फ़ुज़ देना इस प्रेस कॉन्फ्रेंस का मेन मकसद वो है। और दूसरा इसका मकसद ये है कि जो एक गैंग यहाँ पे टारगेट किलिंग कर रहा था वो अल्हम्दुलिल्लाह उस तक हम पहुँच गए हैं और उसके काफ़ी मेंबरान को हमने न्यूट्रलाइज कर दिया है। अगली जो प्रेस कॉन्फ्रेंस आपके साथ होगी इंशाल्लाह अगले 8-10 दिन के अंदर, उसमें हम उसके ऊपर पर्टिकुलरली जो मंडी बाउदीन के अंदर पैसे लेके टारगेट किलिंग का एक कल्चर बना हुआ है पिछले 5-6 साल से, इंशाल्लाह उसके मुतल्लिक़ आपको डिटेल्ड ब्रीफ भी करेंगे और वो मुल्ज़मान भी आपके सामने इंशाल्लाह उनके ये देखिए अभी ताज़ा एक ट्रैक अलर्ट चला था कुछ दिन पहले, तो उसमें जो आपको पता है कि अशरफ शाही गैंग है जो यहाँ पे ऑपरेट यहाँ पे करता है लेकिन रहता मुल्क से बाहर है। और उस गैंग जो है उसका टारगेट यही है कि इंस्टेबिलिटी क्रिएट करना, इसके अलावा जो है फ़रक़ाबाज़ी, यहाँ पे शिया सुन्नी फसाद करवाना, टारगेट किलिंग करना, अनरेस्ट क्रिएट करना। तो उसमें जो एक कॉल उसकी हमने ट्रेस की, तो ही वॉज रेडी टू पे समवन 30 लाख रुपीज़ फॉर वन मर्डर। तो ये वेरी करता है, लेकिन ये है कि जो हमने एक कॉल जो एजेंसीज ने उसकी ट्रेस की तो उसमें ये हमें पता चला। मतलब ये काफ़ी हैवी अमाउंट देते हैं। बिल्कुल हम सख्त से सख्त कार्रवाई करेंगे इनके खिलाफ। और आपने देखा कि पिछले दिनों एक पुलिस मुकाबला हुआ, उसमें 2 डेकोइट मौके पे मारे गए, इसी गिरोह के बंदे थे।
इंशाल्लाह ये मेरा क्लियर पैगाम है कि हम मंडी बहाउद्दीन ज़िले के अंदर जो मंडी बहाउद्दीन पुलिस है वो किसी सूरत भी जो ये पेड किलिंग है, टारगेट किलिंग है, इसको किसी सूरत में भी हम बर्दाश्त नहीं करेंगे। और इनके खिलाफ बिल्कुल हमारी पंजाब गवर्नमेंट की पॉलिसी और जनाब आईजी साहब पंजाब की पॉलिसी 100% क्लियर है कि हम इनके खिलाफ किसी भी हद तक जाएंगे, किसी भी हद तक इंशाल्लाह जाएंगे। सर सवाल तो काफ़ी हो गए हैं, सवाल मेरे दोस्तों ने काफ़ी कर दिए हैं। मेरी तरफ से जनाब मैं आपको मुबारकबाद पेश करता हूँ और आपकी पूरी टीम को, खास तौर पे आमर शहीन साहब को जनाब और इनकी पूरी टीम को, पूरे मंडी बहाउद्दीन में जब से ये डकैती की वारदात हुई थी ना, पूरे शहर की नज़रें थी कि ये कातिल किधर चले गए, इतनी बड़ी और इतने टाइम से वॉलंटियर्स निकाल के दिए, उनको हमने ट्रेनिंग दी और उनके साथ हमने बात की, उनको हमने उनकी जॉब डिस्क्रिप्शन बताई। तो जब मैं एक जुलूस के अंदर पहुंचा तो वो मुझे चेक नहीं करना चाहता था, आप उसके फेशियल एक्सप्रेशन देखें और उसकी वीडियो रिकॉर्डिंग भी है, लेकिन मैंने उसे इंसिस्ट किया कि यार अगर आप डिस्ट्रिक्ट पुलिस ऑफिसर को चेक करेंगे तो इसका मतलब है कि आप सबको चेक करेंगे। अगर आपने डिस्ट्रिक्ट पुलिस ऑफिसर को ऐसे ही छोड़ दिया, जाने दिया, तो इसका मतलब है आप किसी को भी जाने दे सकते हैं। तो ये जो सोशल मीडिया है उसने मेरा ख्याल है इसको अपने लिहाज से इसको रंग दिया है। तस्वीर का सिर्फ एक रुख देखा है, जो उस तस्वीर के अंदर एक ईमानदारी का एलिमेंट है और अपने प्रोफेशन के साथ और टारगेट के साथ जो सिंसियरिटी है कि हमारा अल्टीमेट टारगेट हम में से कोई छोटा बड़ा नहीं है। हमारा अल्टीमेट टारगेट ये है कि जो मुहर्रम उल हराम के जुलूस थे वो पुरअमन रहे, उनमें कोई दहशतगर्दी का वाक़या ना हो। और मेरा ख्याल है कि जो वॉलंटियर्स हैं उन्हें हमने अपनी पुलिस का दर्जा दिया है। मैं समझता हूँ कि मैंने वॉलंटियर को तलाशी नहीं दी बल्कि अपने पुलिस कांस्टेबल को तलाशी दी है और इसमें कोई बुरी बात नहीं और मुझे कोई इसमें वो ये मकसद नहीं था मेरा, लेकिन ये है कि मकसद सिर्फ ये था कि अगर कोई मिनिस्टर भी आए, पुलिस ऑफिसर भी हो, सबकी चेकिंग होनी चाहिए। आपको पता है कि हमारा दुश्मन दहशतगर्द जो है वो किसी भी रूप में जा सकता है जुलूस के अंदर। वी मस्ट बी रेडी फॉर दैट। धमाका हुआ है उसमें, इससे कोई फर्क नहीं पड़ता। और हमारी तो वैसे अप्रोच ये है कि जब हम अपनी पुलिस लाइन में भी जाते हैं तो हम अपने कॉन्फिडेंस देते हैं कि वो हमें चेक करे, ताकि अगर वो पुलिस कमांडर को चेक करेगा तो वो सबको चेक करेगा। अपलोड हुई है पेज पे टॉप 10 में है सर। सोशल मीडिया की वो जो बातें सोशल मीडिया के गिरोह है उसको काम ही झूठी खबरें फैलाना की है और लोगों को मतलब मेन रेवोल्यूशन लेके जा रहा है। हालांकि आपका जो प्लस पॉइंट है जॉब है, लेकिन उसको दूसरे पहले में दिखाया गया अपने तरफ से। इसके अलावा आपका एक और बड़ा ऐसा इकदाम है जिसका मैं यहाँ पर कि कल पार्क में आपने जो नौजवानों से 2-3 गिरफ्तार हुए हैं, लड़की को छेड़ दे जो आपने रजाकारों को इज्जत दी है, मेरा ख्याल ये उसका जो है नतीजा। रजाकारों में हमने अब तक तकरीबन 2 करोड़ रुपए तकसीम किए हैं और आप एक बंदे से जाकर पूछ सकते हैं कि उसमें से किसी ने 1 रुपया भी नहीं लिया। ये मैंने वाजे किया था कि अगर मेरे किसी पुलिस ऑफिसर ने, अकाउंटेंट ने उनसे 1 रुपया भी लिया तो मैं उसके ऊपर FIR दर्ज करूँ। वो अपने आप को पुलिस का बकायदा ऐसा समझते हैं और यही हमारा सलूक वॉलंटियर्स के साथ भी है जिसको लोगों ने मिसपर्सीव किया। वो एक गिरोह है वहाँ पे सोशल मीडिया पे, वो सिर्फ आपके सिद्धांत को नहीं बाकी तमाम मामलात को भी वैसे कुछ नहीं दिखा। मोटरसाइकिल चोरी की वारदात में इजाफा हो गया। बहुत बड़ा काम किया, एक बड़ी बड़ी वारदात की थी। की तफसील ये तफसील है ये कि जनाब बेसिकली सारा प्लान डॉक्टर अशरफ का तो उससे सारे जनाब प्लानिंग की थी, उसी वो बंदे मेरे नाल मिलाए भी सन तो जनाब सारा नाल करते हैं फिर आपको सारी व्हाट्सएप तो उसी करते कीते
ਤੇ ਫਿਰ ਐਂਡ ਤੇ ਫਿਰ ਜਿਸ ਮੈਂ ਰਾਜ਼ੀ ਨਹੀਂ ਹੋ ਰਿਹਾ ਸੀ ਬਸ ਬਲੈਕਮੇਲਿੰਗ ਸ਼ੁਰੂ ਕੀਤਾ। ਬਲੈਕਮੇਲਿੰਗ ਕਰਕੇ ਫਿਰ ਮੈਨੂੰ ਮਾਰਨਾ, ਬੱਚਿਆਂ ਨੂੰ ਮਾਰਨਾ, ਫੈਮਿਲੀ ਸਾਰਿਆਂ ਨੂੰ ਮਾਰਨੇ ਦੀ ਧਮਕੀਆਂ ਦਿੱਤੀਆਂ ਨੇ। ਮੇਰੇ ਕੋਲ ਸ਼ਾਮਿਲ ਹੋਣ ਤੇ ਫਿਰ ਸਾਰੀ ਵਾਰਦਾਤ ਹੋਈ ਹੈ। ਤੇ ਪਤਾ ਲੱਗਿਆ ਕਿ ਮੰਡੀ ਬੋਲ ਦੇ ਵਿੱਚ ਜਿਹੜੇ ਕਿਰਾਏ ਦੇ ਕਾਤਲ ਨੇ ਉਹ ਇਸੇ ਗੈਂਗ ਦੇ ਵਿੱਚ ਸ਼ਾਮਲ ਨੇ। ਤੇ ਕਿਆ ਤੁਹਾਨੂੰ ਇਸ ਗੱਲ ਦਾ ਪਹਿਲੇ ਪਤਾ ਸੀ ਕਿ ਇਹ ਜਿਹੜੇ ਸਾਰੇ ਲੋਕ ਨੇ ਇਸ ਗੈਂਗ ਦੇ ਵਿੱਚ ਉਹ ਕਿਰਾਏ ਦੇ ਕਾਤਲ ਨੇ? जिस टाइम तक उसने धमकाया नहीं सी उस टाइम तक तो मैंने आइडिया कोई नहीं सी, लेकिन जिस टाइम उसने धमकाया शुरू किया फिर सारी चीज़ें मैंने क्लियर हुई हैं। फिर उस टाइम पता लगा कि ये लोग इंतहाई खतरनाक लोग हैं जिन्हें अपने फंस चुके हैं। ਤੇ ਕਿੰਨੀ ਦੇਰ ਤੱਕ ਤੁਸੀਂ ਇਹਨਾਂ ਦੇ ਨਾਲ ਰਾਬਤੇ ਦੇ ਵਿੱਚ ਰਹੇ? मेरा नाल तो रबता नहीं सी, मेरा रबता सिर्फ वो जो बाहर बैठे सी उहदे नाल ही हुंदा सी रबता। ਬਾਹਰ ਕੌਣ ਬੈਠਿਆ ਸੀ? डॉक्टर अशरफ, ਡਾਕਟਰ ਅਸ਼ਰਫ ਕੌਣ ਹੈ? ये जर्मनी हुंदा जी। ਜਰਮਨੀ ਹੁੰਦਾ? हाँ जी, ਅੱਛਾ, ये मेन सारे गैंग जो ना सरबंद ਉਹ ਕਿੱਥੋਂ ਦਾ ਰਹਿਣ ਵਾਲਾ ਸਰ ਜੀ? ਇਹਦਾ ਮੈਨੂੰ ਕੋਈ ਆਈਡੀਆ ਅੱਛਾ, ਇਹ ਵੀ ਤੁਹਾਨੂੰ ਨਹੀਂ ਪਤਾ। ਨਹੀਂ। ਤੇ ਇਹ ਤੁਸੀਂ ਇੱਕ ਇਤਨੀ ਵੱਡੀ ਵਾਰਦਾਤ ਕੀਤੀ, ਵਾਰਦਾਤ ਕਰਨ ਤੋਂ ਬਾਅਦ ਜਿਸ ਵੇਲੇ ਤੁਸੀਂ ਹਿੱਸੇ ਬੱਕਰੇ ਉਹਦੇ ਕਰ ਲਿਆ ਉਸ ਤੋਂ ਬਾਅਦ ਵੀ ਤੁਸੀਂ ਆਪਸ 'ਚ ਰਾਬਤੇ 'ਚ ਰਹੇ ਹੋ? ਨਹੀਂ, ਉਸ ਤੋਂ ਬਾਅਦ ਮੇਰਾ ਕੋਈ ਰਾਬਤਾ ਹੋਇਆ। ਉਸ ਤੋਂ ਬਾਅਦ ਤਾਂ ਫਿਰ ਇਹ ਰਾਬਤਾ ਹੋਇਆ ਕਿ ਜੇ ਤੂੰ ਕੋਈ ਗੱਲਬਾਤ ਦੱਸੀ ਨਹੀਂ ਤੈਨੂੰ ਮਾਰ ਦਿੱਤਾ ਜਾਏਗਾ। ਤੁਸੀਂ ਕਿਸ ਤਰ੍ਹਾਂ ਗ੍ਰਿਫਤਾਰ ਹੋਏ? ਉਹ ਸਭਾਂ ਨੂੰ ਬੇਸਿਕ ਪਤਾ ਸਾਰਾ, ਫਿਰ ਉਹਨੂੰ ਤੁਸੀਂ ਪੁੱਛ ਸਕਦੇ ਹੋ। ਜ਼ਰਾ ਦੱਸ ਦਿਓ ਨਾ ਸਾਨੂੰ ਵੀ ਪਲੀਜ਼। ਉਹ ਸਭਾਂ ਨਹੀਂ ਪਤਾ, ਫਿਰ ਸਭਾਂ ਨੂੰ ਤੁਸੀਂ ਪੁੱਛ ਲਓ। ਇਹਨਾਂ ਦਾ ਕੀ ਕਿਰਦਾਰ ਸੀ ਬਾਤ? ਨਹੀਂ, ਤੁਹਾਡਾ ਕੀ ਕਿਰਦਾਰ ਸੀ ਉਸ ਵਾਰਦਾਤ ਦੇ ਵਿੱਚ? ਉਹ ਸਾਰਾ ਕੁਝ ਸਭਾਂ ਨੂੰ ਪਤਾ, ਤੁਸੀਂ ਸਭਾਂ ਨੂੰ ਪੁੱਛ ਸਕਦੇ ਮਤਲਬ ਬਸ ਹਰ ਸੀ ਹੋ। ਜੀ ਮਲਵਸ ਹੋ ਤੁਸੀਂ ਸਰ ਜੀ? ਸਰ, ਸਾਰੀ ਡਿਟੇਲ ਉਹਨਾਂ ਨੂੰ ਪਤਾ, ਫਿਰ ਮੈਂ ਪਿੱਛੇ ਗੱਲ ਕਿਹੜੀ ਗਈ। ਐਸਐਨਜੀਓ ਮੁਲਜ਼ਮ ਜਿਨ੍ਹਾਂ ਨੇ ਸ਼ਹਿਰ ਦੇ ਨੱਕ 'ਚ ਗੱਲਾਂ ਮੰਡੀ ਦੇ ਵਿੱਚ